ਵੈਲਕਮ ਟੂ ਆਲ ਆਫ ਯੂ। ਅੱਜ ਬੇਟਾ ਆਪਾਂ ਪੜ੍ਹਾਂਗੇ ਬਲਰਾਜ ਸਾਹਨੀ ਦੀ ਰਚਨਾ ਮੁੜ ਵੇਖਿਆ ਪਿੰਡ। ਬਲਰਾਜ ਸਾਹਨੀ ਦਾ ਜਿਹੜਾ ਸਮਾਂ 1913 ਤੋਂ 1973 ਤੱਕ ਦਾ ਸੀ। ਬਲਰਾਜ ਸਾਹਨੀ ਦਾ ਜਨਮ 1 ਮਈ 1913 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼੍ਰੀ ਹਰਬੰਸ ਲਾਲ ਅਤੇ ਮਾਤਾ ਦਾ ਨਾਂ ਸ਼੍ਰੀਮਤੀ ਲਕਸ਼ਮੀ ਦੇਵੀ ਸੀ। 1934 ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੀ MA ਕੀਤੀ। ਬਾਅਦ ਵਿੱਚ ਪਿਤਾ ਪੁਰਖੀ ਕਿੱਤਾ ਵਪਾਰ ਕੀਤਾ, ਪੱਤਰਕਾਰੀ ਕੀਤੀ। ਉਸ ਤੋਂ ਬਾਅਦ 1938 ਤੋਂ 1940 ਤੱਕ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਦੇ ਅਧਿਆਪਕ ਰਹੇ। 1940 ਤੋਂ 44 ਤੱਕ BBC ਲੰਡਨ ਵਿੱਚ ਅਨਾਊਂਸਰ ਵਜੋਂ ਕੰਮ ਕੀਤਾ। ਉਹਨਾਂ ਦੀਆਂ ਯਾਦਗਾਰੀ ਫਿਲਮਾਂ ਦੇ ਨਾਮ ਨੇ ਕਾਬਲੀਵਾਲਾ, 2 ਬੀਘਾ ਜ਼ਮੀਨ, ਹਮ ਲੋਗ, ਹੀਰਾ ਮੋਤੀ, ਪਵਿੱਤਰ ਪਾਪੀ। ਉਸ ਤੋਂ ਬਾਅਦ ਉਹਨਾਂ ਦੀਆਂ ਪੰਜਾਬੀ ਦੇ ਵਿੱਚ ਪ੍ਰਮੁੱਖ ਰਚਨਾਵਾਂ ਨੇ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਗੈਰ ਜਜ਼ਬਾਤੀ ਡਾਇਰੀ, ਮੇਰੀ ਫਿਲਮੀ ਆਤਮ ਕਥਾ। ਉਸ ਤੋਂ ਬਾਅਦ 13 ਅਪ੍ਰੈਲ 1973 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਮੁੜ ਵੇਖਿਆ ਪਿੰਡ ਰਚਨਾ ਹੈ ਜਿਹੜੀ ਉਹ ਉਹਨਾਂ ਦੀ ਕਿਤਾਬ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਈ ਗਈ ਹੈ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਹੁਣ ਆਪਾਂ ਪੜ੍ਹਦੇ ਹਾਂ ਰਚਨਾ ਮੁੜ ਵੇਖਿਆ ਪਿੰਡ। 16 ਅਕਤੂਬਰ 1962 ਈਸਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੇਰਾ ਵੀ 60-70 ਮੀਲ ਦਾ ਪੈਂਡਾ ਸੀ। ਪੈਂਡਾ ਮੀਨਸ ਰਸਤਾ। ਸਿਕੰਦਰ ਨਾਲ ਸੀ, ਸਗੋਂ 2 ਹੋਰ ਮਿੱਤਰ ਵੀ ਤਿਆਰ ਹੋ ਗਏ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਪਰ ਭੇਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ ਸੀ। ਲੇਖਕ ਕਦੋਂ ਗਿਆ? 16 ਅਕਤੂਬਰ 1962 ਨੂੰ ਭੇਰੇ ਗਿਆ ਸੀ। ਭੇਰਾ ਕਿੰਨੀ ਦੂਰ ਸੀ? 60-70 ਮੀਲ। ਅਤੇ ਭੇਰੇ ਉਹਦੇ ਨਾਲ ਕੌਣ ਗਿਆ? ਉਸਦਾ ਦੋਸਤ ਸਿਕੰਦਰ। ਬੱਸ ਭੇਰੇ ਵੱਲ ਨੱਠਦੀ ਜਾ ਰਹੀ ਸੀ, ਨੱਠਦੀ ਭੱਜਦੀ, ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਜਿਹੇ ਚਿਰ ਅੰਦਰ ਭੇਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੇਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਹੈ। ਕਿੰਨੇ ਸਾਲ ਹੋ ਗਏ ਸੀ ਲੇਖਕ ਨੂੰ ਭੇਰੇ ਗਏ? 40 ਸਾਲ। ਉਦੋਂ ਮੇਰੀ ਉਮਰ ਕਿੰਨੀ ਸੀ? ਮਸਾਂ 8-9 ਸਾਲਾਂ ਦੀ। 8-9 ਵਰ੍ਹੇ ਦਾ ਸੀ ਲੇਖਕ ਜਦੋਂ ਭੇਰੇ ਗਿਆ ਸੀ। ਭੇਰਾ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ ਗਲੀ 'ਤੇ ਚੱਪੇ ਚੱਪੇ ਦੀਆਂ ਦੌੜਾਂ ਮਾਰ ਛੱਡਦੇ, ਵੀ ਗਲੀ ਗਲੀ ਹਰ ਥਾਂ ਜਾਂਦੇ। ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਆਪਣੇ ਅਲੱਗ ਮੁਹੱਲੇ ਬਣੇ ਹੋਏ ਸੀ। ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਹਲੀਆਂ ਦਾ ਆਦਿ। ਪਤਾ ਨਹੀਂ ਇਹ ਮੁਹੱਲੇ ਕਦੋਂ ਅਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ। ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਸਹੇਲੀਆਂ ਨਾਲ ਸਵੇਰੇ ਮੂੰਹ ਹਨੇਰੇ ਬਹੁਤ ਜਲਦੀ ਸਵੇਰੇ ਜਿਹਲਮ ਦਰਿਆ ਇਸ਼ਨਾਨ ਕਰਨ ਜਾਂਦੇ। ਕਦੇ ਕਦੇ ਮੈਂ ਅਤੇ ਮੇਰਾ ਛੋਟਾ ਭਰਾ ਭੀਸ਼ਮ ਨਾਲ ਤੁਰ ਪੈਂਦੇ ਸਾਂ। ਪਹਿਲਾ ਪੜਾਅ ਆਉਂਦਾ ਚਿੜੀ ਚੋਗ, ਦੂਜਾ ਘੜੀ ਭੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕ ਦਾ। ਤੀਕ ਮੀਨਸ ਦਰਿਆ ਤੱਕ ਦਾ। ਵੀ ਸਫ਼ਰ ਨੂੰ ਉਹਨਾਂ ਨੇ ਜਿਹੜਾ ਦਰਿਆ ਤੱਕ ਦਾ ਰਸਤਾ ਸੀ ਉਹਨੂੰ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਅਤੇ ਕਦੇ ਦੂਰ ਚਲਾ ਜਾਂਦਾ ਸੀ। ਘੜੀ ਮੁੜੀ ਦੁਬਾਰਾ ਐਵੇਂ ਲੱਗਦਾ ਸੀ ਕਿ ਰਸਤਾ ਦੂਰ ਹੈ, ਕਦੇ ਨੇੜੇ ਲੱਗਦਾ। ਚਿੜੀ ਚੌਕ ਦੇ ਨੇੜੇ ਇੱਕ ਮੈਦਾਨ 'ਚ ਅਨੋਖਾ ਮੇਲਾ ਲੱਗਦਾ ਸੀ। ਕਿੱਥੇ ਲੱਗਦਾ ਸੀ ਮੇਲਾ? ਚਿੜੀ ਚੌਕ ਦੇ ਨੇੜੇ। ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇਕੱਤਰ ਹੁੰਦੀਆਂ। ਇਕੱਤਰ ਹੋਣਾ, ਇਕੱਠਾ ਹੋਣਾ। ਕਦੇ ਕਦੇ ਰਾਤੀ ਸਾਡੇ ਹੇਠਲੇ ਸੁਫੇ ਵਿੱਚ ਤਰੰਜਣ ਲੱਗਦਾ। ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ ਰਹਿੰਦੀਆਂ। ਤਰੰਜਣ ਕੀ ਹੁੰਦਾ? ਕੁੜੀਆਂ ਦਾ ਇਕੱਠ। ਕਿਤਨੀਆਂ ਹੀ ਤਸਵੀਰਾਂ
ਕਲਪਨਾ ਦੇ ਪਰਦੇ ਉੱਤੇ ਅਕਸ਼ ਪਾ ਗਈਆਂ ਕਣਕ ਦੇ ਹਰੇ ਭਰੇ ਖੇਤ। ਉਹਦੀ ਕਲਪਨਾ ਦੇ ਪਰਦੇ 'ਤੇ ਅਕਸ਼ ਪਾਉਣਾ ਭਾਵ ਕਿ ਉਹਦੀ ਕਲਪਨਾ ਦੇ ਸਹਾਰੇ ਉਹ ਸੋਚ ਰਿਹਾ ਕਣਕਾਂ ਦੇ ਹਰੇ ਭਰੇ ਖੇਤ ਜਿਨ੍ਹਾਂ ਵਿੱਚ ਲੁਕਣ ਮੀਟੀ ਖੇਡਦੇ, ਜਿਨ੍ਹਾਂ ਦੇ ਬੂਟੇ ਤੋੜ ਕੇ ਤੂਤਣੀਆਂ ਬਣਾਉਂਦੇ। ਤੂਤਣੀਆਂ ਕੀ ਉਹ ਪੱਤੇ ਹੁੰਦੇ ਨੇ, ਉਹਨਾਂ ਨੂੰ ਠੀਕ ਹੈ ਜੋੜ ਕੇ ਮਰੋੜ ਕੇ ਸੀਟੀ ਦੀ ਤਰ੍ਹਾਂ ਆਵਾਜ਼ ਆਉਂਦੀ ਹੈ। ਸਿੱਟੇ ਤੋੜ ਕੇ ਸ਼ਰਾਰਤ ਨਾਲ ਰਾਹ ਲੰਘਦੀਆਂ ਦੀਆਂ ਸਲਵਾਰਾਂ ਦੇ ਪੌਂਚਿਆਂ ਦੇ ਵਿੱਚ ਪਾ ਦਿੰਦੇ। ਖੂਹਾਂ ਦੇ ਪਾਣੀ ਖੇਤਾਂ ਵਿੱਚ ਸੱਜਰੀਆਂ ਪੁੱਟੀਆਂ ਮੂਲੀਆਂ ਅਤੇ ਗਾਜਰਾਂ। ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਤਾਂ ਮੈਂ ਫੇਰ ਪੇਂਡੂ ਜੀਵਨ ਦਾ ਸਵਾਦ ਨਹੀਂ ਮਾਣਿਆ ਸੀ। ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਬੈਠੀ। ਮੈਨੂੰ ਜਾਪਿਆ ਜਿਵੇਂ ਮੇਰੀ ਆਪਣੀ ਮਾਂ ਬੈਠੀ ਹੋਵੇ। ਉਹ ਪਹਿਰਾਵਾ, ਉਹ ਬੋਲੀ, ਮੇਰੇ ਆਪਣੇ ਬਿਲਕੁਲ ਆਪਣੇ ਲੋਕ। ਕੀ ਦੱਸਾਂ ਮੇਰੇ ਮਨ ਦੀ ਕੀ ਦਸ਼ਾ ਹੋ ਗਈ ਸੀ। ਠੀਕ ਹੈ, ਜਦੋਂ ਹੁਣ ਆਪਾਂ ਕਿਸੇ ਬੱਸ ਦੇ ਵਿੱਚ ਜਾਂਦੇ ਹਾਂ, ਜਿਹੜੇ ਏਰੀਏ ਦੀ ਬੱਸ ਹੁੰਦੀ ਹੈ ਉਸੇ ਤਰ੍ਹਾਂ ਦੇ ਲੋਕ ਆਪਾਂ ਨੂੰ ਨਜ਼ਰ ਆਉਂਦੇ ਨੇ। ਬੱਸ ਭੁੱਲੋਵਾਲ ਦੇ ਅੱਡੇ 'ਤੇ ਆ ਰੁਕੀ। ਰਸਤੇ ਦੇ ਵਿੱਚ ਕੋਈ ਅੱਡਾ ਬਣਿਆ ਸੀ, ਉਸ ਥਾਂ ਦਾ ਨਾਮ ਸੀ ਭੁੱਲੋਵਾਲ। ਭੁੱਲੋਵਾਲ ਤੋਂ ਭੇਰਾ ਜਿਹੜਾ ਕਿੰਨੇ ਮੀਲ ਦਾ ਰਸਤਾ ਸੀ? 10-12 ਮੀਲ। ਡਰਾਈਵਰ ਨੇ ਦੱਸਿਆ ਬੱਸ ਇੱਥੇ ਪੌਣਾ ਘੰਟਾ ਰੁਕੀ ਰਹੇਗੀ। ਕੁੱਲ 3 ਘੰਟੇ ਤਾਂ ਰਹਿ ਗਏ ਸੀ ਮੇਰੇ ਕੋਲ ਭੇਰਾ ਦੇਖਣ ਲਈ। ਉਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਵੇਗਾ। ਜਾਇਆ ਹੋ ਜਾਣਾ, ਖਰਾਬ ਹੋ ਜਾਣਾ, ਬਤੀਤ ਹੋ ਜਾਣਾ। ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੇ ਦੇ ਮੁਤਜ਼ਿਮ ਕੋਲ, ਅੱਡੇ ਦੇ ਜਿਹੜਾ ਮੁਲਾਜ਼ਮ ਸੀ ਜਿਹਦੇ ਕੋਲ ਸਾਰਾ ਰਿਕਾਰਡ ਹੁੰਦਾ, ਉਹ ਕੋਲ ਪਹੁੰਚ ਗਿਆ, ਜਿਹੜਾ ਇਮਾਰਤ ਦੇ ਬਰਾਂਡੇ ਵਿੱਚ ਕੁਰਸੀ ਢਾ ਕੇ ਹਿਸਾਬ ਕਿਤਾਬ ਕਰ ਰਿਹਾ ਸੀ। ਮੈਂ ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਿਲ ਹੋਇਆ ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਗਿਆ। ਅਸਹਿ ਮੀਨਸ ਜਿਹਨੂੰ ਸਹਿਣ ਨਾ ਕਰ ਸਕਦੇ ਹੋਈਏ। ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ੍ਹ ਆਖੀ ਸੀ, ਪਰ ਭੇਰੇ ਵਿੱਚ ਹੁਣ ਹੈ ਕੀ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ। ਇਹ ਗੱਲ ਕਿਸ ਨੇ ਕਹੀ ਸੀ? ਮੋਹਨ ਲਾਲ ਨੇ। ਮੇਰੇ ਮੂੰਹੋਂ ਨਿਕਲਿਆ, ਕੀ ਕਰਾਂ ਜੀ, ਮਿੱਟੀ ਖਿੱਚ ਲਿਆਈਏ। ਮਿੱਟੀ ਕੀ ਹੈ? ਉਹਦੇ ਪਿੰਡ ਦੀ ਖੁਸ਼ਬੂ। ਠੀਕ ਹੈ, ਖੁਸ਼ਬੂ ਕਿਸ ਦੇ ਵਿੱਚੋਂ ਆਉਂਦੀ ਹੈ? ਮਿੱਟੀ ਦੇ ਵਿੱਚੋਂ। ਉਹ ਅਵਾਕ ਹੋ ਜਾਣਾ, ਹੈਰਾਨ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ। ਪਤਲੂਨ ਕੋਟ ਵਾਲੇ ਆਦਮੀ ਦੇ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਵੇਖਣ ਲੱਗਿਆ ਕੋਈ ਉਸਨੂੰ ਉਮੀਦ ਨਹੀਂ ਸੀ ਲੱਗ ਰਹੀ। ਸ਼ਾਇਦ 15 ਮਿੰਟਾਂ ਦੇ ਅੰਦਰ ਅੰਦਰ ਉਸਨੇ ਬੱਸ ਤੋਰ ਦਿੱਤੀ। ਤੋਰ ਦੇਣਾ, ਚਲਾ ਦੇਣਾ। ਭੇਰੇ ਦਾ ਆਲਾ ਦੁਆਲਾ ਮੈਨੂੰ ਕੀ ਯਾਦ ਹੋਣਾ ਸੀ, ਪਰ ਉਹ ਇਤਨਾ ਸਜਬਜ਼ ਤੇ ਇਤਨਾ ਰਮਣੀਕ ਸੀ। ਸਜਬਜ਼ ਹਰਿਆਲੀ ਭਰਿਆ, ਰਮਣੀਕ ਵੀ ਜਿੱਥੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ, ਇਸ ਦੀ ਮੈਨੂੰ ਕੋਈ ਕਲਪਨਾ ਨਹੀਂ ਸੀ। ਝੰਗ ਜਾਂ ਸਰਗੋਦਾ ਉਹਦੇ ਮੁਕਾਬਲੇ ਰੁੱਖੇ ਇਲਾਕੇ ਸੀਗੇ। ਕਿਹੜੇ ਇਲਾਕੇ ਰੁੱਖੇ ਸੀ? ਝੰਗ ਜਾਂ ਸਰਗੋਦਾ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਓ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ। ਪਰ ਬੱਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ, ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਹਾਂ। ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਜਿਵੇਂ ਕੋਈ ਦੂਜੇ ਮੁਲਕ ਵਿੱਚ, ਦੂਜੇ ਦੇਸ਼ ਦੇ ਵਿੱਚ ਆ ਜਾਈਏ। ਮੇਰੇ ਸਾਥੀ ਇਹ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ, ਹਰ ਗਲੀ ਯਾਦ ਸੀ। ਇਸ ਬਲੋਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਭੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ ਅਤੇ ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ। ਦਲੰਗੜੇ ਮਾਰਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਂਕ ਜਾ ਪੁੱਜਾ। ਮੈਨੂੰ ਥਾਣੇ ਦਾ ਵਾਕਿਆ ਵੀ ਯਾਦ ਹੈ। ਇੰਸਪੈਕਟਰ ਮੇਰੇ ਵਾਂਗ ਹੀ ਅਧਖੜ ਉਮਰ ਦਾ ਆਦਮੀ ਸੀ ਤੇ ਭੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ। ਬੜੇ ਪਿਆਰ ਨਾਲ ਪੇਸ਼ ਆਇਆ। ਸਗੋਂ ਪਾਸਪੋਰਟ ਉੱਤੇ ਆਮਦ ਤੇ ਰੁਖਸਤ ਦੋਵੇਂ ਤਰ੍ਹਾਂ ਦੇ ਅੰਦਰਾਜ਼ ਇੱਕੋ ਸਮੇਂ ਕਰ ਦਿੱਤੇ ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਨਾ ਪਵੇ, ਕਿ ਦੁਬਾਰਾ ਅਸੀਂ ਇੱਥੇ ਆ ਨਾ ਸਕੀਏ, ਕਿ ਇੱਕ ਵਾਰ 'ਚ ਹੀ ਸਾਰਾ ਕੰਮ ਖਤਮ ਹੋ ਜਾਵੇ। ਵੇਖਿਆ ਮੈਂ ਨਾਲ ਆਏ ਸਾਥੀ ਸਿਕੰਦਰ, ਸ਼ਾਕਿਰ ਤੇ ਮੁਸਤਹਿਮ ਨੂੰ ਕਿਹਾ, ਆਪਣੇ ਤੇ ਪਰਾਏ ਸ਼ਹਿਰ ਦਾ ਇਹੀ ਫਰਕ ਹੁੰਦਾ। ਉਹ ਵੀ ਇੰਸਪੈਕਟਰ ਵੀ ਖਾਮੋਸ਼ ਰਹੇ। ਮੈਂ ਆਪ ਜਾਣਦਾ ਸਾਂ ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿਤਨਾ ਦਿੱਲੀ ਸਿਕੰਦਰ ਦੀ।
ਪਰ ਮੈਂ ਸਿਆਣਿਆਂ ਬਣਨ ਦੇ ਰੌਹ ਵਿੱਚ ਨਹੀਂ ਸਾਂ। ਰੌਹ ਮੀਨਸ ਮੂਡ ਦੇ ਵਿੱਚ ਨਹੀਂ ਸਾਂ, ਮੇਰਾ ਮਨ ਨਹੀਂ ਸੀ ਉਸ ਤਰ੍ਹਾਂ ਦਾ ਸਿਆਣੇ ਬਣਨ ਦਾ। ਮੁੰਡਿਆਂ ਨੇ ਬਥੇਰਾ ਕਿਹਾ ਕਿਸੇ ਵਾਕਫਕਾਰ ਨੂੰ ਨਾਲ ਲੈ ਕੇ ਲਈਏ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈ ਪਈਆਂ ਸਨ। ਹੁਲੀਆ ਸਾਰਾ ਬਦਲਿਆ ਪਿਆ ਸੀ, ਕਿ ਸ਼ਕਲ ਹੈ ਜਿਹੜੀ ਸਾਰੀ ਇੱਕਦਮ ਬਦਲੀ ਹੋਈ ਸੀ। ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ, ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾਹ ਕੇ ਕੂਕਰ ਮਚਾਈ ਰੱਖਦੀਆਂ। ਕੂਕਰ ਮਚਾਉਣਾ ਚਰਖਿਆਂ ਦਾ ਜਿਹੜਾ ਆਵਾਜ਼ ਹੁੰਦਾ, ਸ਼ੋਰ ਹੁੰਦਾ ਚਰਖਿਆਂ ਦੀ ਜਿਹੜੀ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ। ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਸੀ। ਚੋਬਕਾਰੀ ਜਿਹਨੂੰ ਆਪਾਂ ਕਹਿੰਦੇ ਡਿਜ਼ਾਈਨ ਬਣਿਆ ਹੋਇਆ ਸੀ। ਬੜੀਆਂ ਮੁਸ਼ਕਿਲਾਂ ਨਾਲ ਖੂਹ ਲੱਭ ਲਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਇੰਜ ਜਾਪਿਆ ਜਿਵੇਂ ਹੁਣੇ ਕੋਈ ਹਵਾਈ ਹਮਲਾ ਹੋਇਆ ਹੋਵੇ। ਹਰ ਪਾਸੇ ਮਲਬੇ ਦੇ ਢੇਰ। ਕੋਈ ਵਿਰਲੀ ਇਮਾਰਤ ਹੀ ਸਾਬਤ ਖੜੀ ਸੀ। ਸਾਬਤ ਮੀਨਸ ਪੂਰੀ। ਸਾਥੀਆਂ ਨੇ ਹਿੰਮਤ ਦਿਵਾਈ। ਪੁੱਛ ਪਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ। ਥੋੜ੍ਹਾ ਚਿਰ ਉਡੀਕਣ ਤੋਂ ਬਾਅਦ ਉਹ ਬਾਹਰ ਆਏ। ਮੇਰੀ ਹੀ ਉਮਰ ਦੇ ਸਨ। ਵੇਖਦਿਆਂ ਸਾਰ ਮੈਨੂੰ ਉਹਦਾ ਬਚਪਨ ਦਾ ਰੂਪ ਚੇਤੇ ਆ ਗਿਆ। ਚੇਤੇ ਆਉਣਾ, ਯਾਦ ਆਉਣਾ। ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸੀ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰੋਂ ਮੇਰੇ ਗਲ ਨਾਲ ਆਉਣ ਲੱਗੇ ਅਤੇ ਜਾਰੋ-ਜਾਰ ਰੋਣ ਲੱਗ ਪਏ। ਜਾਰੋ-ਜਾਰ ਰੋਣਾ, ਬਹੁਤ ਜ਼ਿਆਦਾ ਰੋਣਾ। ਦਾਦੇ ਪੋਤਰੇ ਭਰਾ ਸਾਂ ਦੋਵੇਂ, ਇੱਕ ਖੂਨ, ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ, ਮੈਂ ਹਿੰਦੂ ਰਹਿ ਗਿਆ। ਉਹ ਪਾਕਿਸਤਾਨੀ ਸਨ, ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਅਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ। ਇਹ ਸਥਿਤੀ ਬਿਆਨ ਕਰਦਾ ਜਦੋਂ ਆਪਸ 'ਚ ਉਹ ਮਿਲ ਰਹੇ ਨੇ। ਇਤਨੀ ਲੰਬੀ ਅਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਿਲ ਨਹੀਂ ਹੋ ਸਕਦੇ ਸਾਂ। ਕਿਸੇ ਅਕਲਪਿਤ ਪਰਿਸਥਿਤੀ ਨੇ ਮੈਨੂੰ ਇਤਨਾ ਬਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ, ਕਿ ਮੈਂ ਉਸ ਬਾਰੇ ਸੋਚਣ ਲੱਗ ਗਿਆ ਕਿ ਹਿੰਦੂ ਹੈ, ਮੁਸਲਮਾਨ ਹੈ। ਇਹ ਸਾਰੀ ਦੁਚਿੱਤੀ ਦੇ ਵਿੱਚ ਪੈ ਗਿਆ। ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ ਬਣਾਇਆ ਸੀ। ਬਾਹਰ ਟਿੱਬਾ ਸੀ, ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ। ਇਸ ਉੱਪਰੋਂ ਲੰਘਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ। ਪਿਛਵਾੜੇ ਮੀਨ ਪਿਛਲੇ ਪਾਸੇ। ਚੌਧਰੀ ਸਾਹਿਬ ਨੇ ਅੰਦਰ ਆ ਕੇ ਉਹਨੂੰ ਚਾਹ ਪਾਣੀ ਦਾ ਆਹਾਰ ਕਰਨ ਲਈ ਕਿਹਾ। ਚਾਹ ਪਾਣੀ ਦਾ ਆਹਾਰ ਕਰਨਾ, ਤਿਆਰ ਕਰਨਾ। ਫਿਰ ਉਹਨਾਂ ਦਾ 18 ਵਰ੍ਹਿਆਂ ਦਾ ਲੜਕਾ ਅੰਦਰ ਆਇਆ, ਜਿਸ ਦਾ ਨਾਮ ਅਨਵਰ ਸੀ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੇ। ਅਤੇ ਫਿਰ ਜਦੋਂ ਅਸੀਂ ਨਿੱਕਿਆਂ ਨੇ ਭੇਰੇ ਦਾ ਸਭ ਕੁਝ ਛੱਡ ਦਿੱਤਾ, ਤਾਂ ਮਾਂ ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ। ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹ ਗੋਲ-ਮੋਲ ਜਿਹਾ ਜਵਾਬ ਦਿੱਤਾ। ਉਹਨੇ ਸਹੀ ਜਵਾਬ ਨਾ ਦਿੱਤਾ। ਹਕੀਕਤਨ ਮੀਨਸ ਅਸਲ ਉਹਨਾਂ ਨੂੰ ਯਾਦ ਨਹੀਂ ਸੀ ਆ ਰਿਹਾ। ਚਾਚੇ ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹਾ ਮੇਰੇ ਪਿਤਾ ਜੀ ਦਾ ਹੁੰਦਾ ਸੀ, ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ 'ਤੇ ਮੈਨੂੰ ਸ਼ੱਕ ਪੈਣ ਲੱਗ ਪਿਆ। ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਸਾਂ, ਇਹ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੂਹਰਲੇ ਟਿੱਬੇ ਨੂੰ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋ ਜਾ ਰਿਹਾ ਸੀ, ਪਰ ਮੈਨੂੰ ਇੰਜ ਹੋ ਜਾਣ ਦਾ ਕੋਈ ਰੰਜ ਨਹੀਂ ਸੀ। ਰੰਜ ਮੀਨਸ ਕੋਈ ਦੁੱਖ ਨਹੀਂ ਸੀ, ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹਰ ਵੀਰ ਦੇ ਕੰਮ ਆ ਗਈ ਹੈ। ਹਰ ਵੀਰ ਕੀ ਮੰਨਦਾ ਕਿ ਉਸਨੂੰ ਜਿਸਨੇ ਘਰ ਹੈ ਜਿਹੜਾ ਉਹ ਬਣਾ ਲਿਆ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਰਿਹਾ ਸੀ। ਉਹ ਘੜੀ ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਕਹਿੰਦੇ ਆਪਣਾ ਮਕਾਨ ਵੀ ਤਾਂ ਢੂੰढिए। ਮੈਂ ਉਹਨਾਂ ਨੂੰ ਟਾਲ ਛੱਡਦਾ, नहीं अपने भाई से मिल लिया है, अब मुझे मकान देख के क्या करना। ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ ਅਨਵਰ ਜਾ ਹੁੱਥੋਂ ਮੀਨਸ ਉੱਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ, ਮਤੇ ਉਸਨੂੰ ਖਬਰ ਹੋਵੇ। ਸ਼ਾਇਦ ਮਤੇ ਮੀਨਸ ਸ਼ਾਇਦ। ਥੋੜ੍ਹੇ ਚਿਰ ਬਾਅਦ 70 ਕੁ ਵਰ੍ਹਿਆਂ ਦਾ ਬੁੱਢਾ ਦੋਸਤ ਮੁਹੰਮਦ ਆ ਕੇ ਮੰਜੀ 'ਤੇ ਬਹਿ ਗਿਆ। ਉਸਨੇ ਸਿਰ ਉੱਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ, ਹੂ ਬਹੂ ਉਸੇ ਤਰ੍ਹਾਂ ਜਿਵੇਂ ਮੇਰੇ ਪਿਤਾ ਜੀ ਬੰਨ੍ਹਦੇ ਸੀ। ਸ਼ਕਲ ਸੂਰਤ ਬੋਲ ਚਾਲ ਵੀ ਉਹਨਾਂ ਨਾਲ ਮਿਲਦੀ ਸੀ। ਇਹ ਦੋਸਤ ਮੁਹੰਮਦ ਅਨੇਕਾਂ ਵਰ੍ਹੇ ਦੀਵਾਨ ਦੇਸ ਰਾਜ ਸਾਨੀ ਹੋਰਾਂ ਦੀ ਦੇਖਭਾਲ ਕਰਦਾ ਸੀ। ਦੀਵਾਨ ਸਾਹਿਬ ਬੈਰਿਸਟਰ ਸਨ ਅਤੇ ਰਾਵਲਪਿੰਡੀ। ਬੈਰਿਸਟਰ ਕੀ ਹੁੰਦਾ? ਵਕੀਲ।
ਅਤੇ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਹੋਈ ਸੀ। ਦੀਵਾਨ ਸਾਹਿਬ ਵਡਾਰੇ ਦੇ ਦਿਨ ਤੀਕ ਬਕਾਇਦਾ ਫੇਰਾ ਮਾਰਦੇ। ਫੇਰਾ ਮਾਰਨਾ ਆਉਣਾ ਜਾਣਾ, ਕਿਉਂਕਿ ਭੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਸੀ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁਲਾ ਗਿਆ ਸੀ, ਕਿਉਂਕਿ ਮੇਰੇ ਪਿਤਾ ਜੀ ਵੱਧ ਘੱਟ ਕਦੇ ਭੇਰੇ ਜਾਂਦੇ। ਜੇ ਮੈਂ ਹੋਰ ਵਿਸਤਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨਾਂ ਨੂੰ ਕੁਝ ਚੇਤੇ ਆ ਜਾਂਦਾ। ਪਰ ਹਾਲਤ ਅਜੀਬ ਮੀਨਜ਼ ਅਲੱਗ ਬਣੀ ਹੋਈ ਸੀ। ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ। ਉੱਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਜਿਵੇਂ ਗੰਗਾ ਜਮਨਾ ਵਹਿ ਤੁਰੀਆਂ ਹੋਣ। ਮੇਰਾ ਬੋਲਣਾ ਉੱਥੇ ਔਖਾ ਹੋ ਗਿਆ। ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ ਤੇ ਕਹਿਣ ਲੱਗਾ, ਚਲਿਏ, ਜਬ ਤੱਕ ਚਾय ਤਿਆਰ ਹੋਤੀ ਹੈ ਇੱਕ ਬਾਹਰ ਕਾ ਚੱਕਰ ਲਗਾਤੇ ਹੈ। ਬੇਦਿਲੀ ਨਾਲ ਮੈਂ ਫਿਰ ਗਲੀ 'ਚ ਆ ਗਿਆ। ਬਿਲਕੁਲ ਓਪਰੀ ਪਈ ਜਾਪਦੀ ਸੀ। ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸੀ। ਉਹ ਤਾਂ ਇਤਨੀ ਲੰਮੀ, ਖੁੱਲ੍ਹੀ ਤੇ ਸੋਹਣੀ ਸੀ, ਇਹ ਇਤਨੀ ਛੋਟੀ, ਭੀੜੀ ਤੇ ਕੋਝੀ। ਸਿਕੰਦਰ ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰੇ ਤੀਕ ਜਾਣ ਲਈ ਕਿਹਾ। ਅਚਾਨਕ ਘਰ ਦੇ ਅੱਗੇ ਲੰਘਦਿਆਂ ਮੇਰੀ ਨਜ਼ਰ ਉਸਦੇ ਵਿਹੜੇ ਵਿੱਚ ਪਈ। ਮੈਂ ਖਲੋ ਕੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਮੈਂ ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਸਾਂ। ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ। ਪੌੜੀਆਂ ਕੋਲ ਇੱਕ ਗਰੀਬੜਾ ਜਿਹਾ ਚਾਦਰ ਵਲੇਟੀ ਪਿਆ ਹੋਇਆ ਸੀ। ਸਿਕੰਦਰ ਨੇ ਉਸ ਕੋਲ ਅੰਦਰ ਆਉਣ ਦੀ ਇਜਾਜ਼ਤ ਮੰਗੀ ਤੇ ਮੈਨੂੰ ਕਿਹਾ, ਜਾਈਏ ਅੰਦਰ, ਉੱਪਰ ਵੀ ਜਾਈਏ। ਨਹੀਂ, ਅੰਦਰ ਜਾ ਕੇ ਕੀ ਲੈਣਾ, ਮੈਂ ਕਿਹਾ। ਹੁਣ 22-23 ਵਰ੍ਹਿਆਂ ਦੇ ਸਿਕੰਦਰ ਨੇ ਮੈਨੂੰ ਗਲੀ ਵਿੱਚ ਖਲੋ ਕੇ ਇੰਝ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ। ਸਾਨੀ ਸਾहब, आप कैसे फजूल से तखल्लुफ़ का शिकार हो रहे हो? हम भी आपकी तरह हैं। जब कभी दिल्ली जाएं, अपने छोड़े हुए घरों का कोना कोना छान मारते हैं, चाहे किसी को कितनी भी तकलीफ़ हो। आपने यहाँ रहना थोड़े है, हर किसी का इतना लिहाज किए जा रहे हो। 2 घंटे बाद आपको यहाँ से चले जाना है और फिर आपके खुदा जाने कभी इधर आना नसीब हो या ना हो। ये सुस्ती छोड़िए और एक जगह बैठ के वक्त गंवाने की बजाय जितना घूम सकते हो देखिए। बराए मेहरबानी जाइए ऊपर। कितना स्वाद मिलिਆ ਉਹਨਾਂ ਪੌੜੀਆਂ ਉੱਪਰ ਦੁਬਾਰਾ ਪੈਰ ਰੱਖ ਕੇ। ਉੱਪਰ ਕੋਠੇ ਉੱਤੇ ਪੁੱਜੇ ਤਾਂ ਐਨ ਅੱਖਾਂ ਸਾਹਮਣੇ ਮੈਨੂੰ ਆਪਣੇ ਘਰ ਦਾ ਉੱਪਰਲਾ ਸੋਫਾ ਸਾਫ਼ ਦਿਸ ਰਿਹਾ ਸੀ। ਉੱਪਰਲਾ ਸੋਫਾ, ਉੱਪਰਲਾ ਪਾਸਾ, ਉਹਦੇ ਸੱਜੇ ਪਾਸੇ ਵਾਲੀ ਰਸੋਈ ਦਿਸ ਪਈ ਤੇ ਮੈਂ ਚੀਕ ਉੱਠਿਆ, ਉਹ ਸਾਡਾ ਘਰ। ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ। ਉਹ ਸਾਡੀ ਰਸੋਈ। ਉਸ ਵੇਲੇ ਖੌਰੇ ਅੰਦਰ ਕਿਹੜਾ ਜਵਾਲਾਮੁਖੀ ਫੁੱਟਿਆ। ਰੋਂਦਾ ਤੇ ਘਰਗਦਾ ਮੈਂ ਮਿੱਟੀ, ਪੋਚੇ, ਫਰਸ਼ ਉੱਪਰ ਢੇਰ ਹੋ ਗਿਆ। ਉਹ ਲੋਕ ਦਿਲਾਸਾ ਦੇਣ ਲੱਗੇ ਆਏ। ਮੈਂ ਬੋਲੀ ਜਾ ਰਿਹਾ ਸੀ, ਮੈਨੂੰ ਛੱਡ ਦਿਓ, ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਹਾ। ਮੈਨੂੰ ਭੈਣ ਯਾਦ ਆ ਰਹੀ ਹੈ ਜਿਹੜੀ ਮਰ ਚੁੱਕੀ ਏ। ਰੱਬਾ ਮੇਰੀ ਭੈਣ ਮੋੜ ਦੇ, ਰੱਬਾ ਮੇਰੀ ਭੈਣ ਮੋੜ ਦੇ। ਕੌਣ ਕਹਿ ਰਿਹਾ ਸੀ? ਇਹ ਲੇਖਕ ਕਹਿ ਰਿਹਾ ਸੀ। ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ ਉਹਨੂੰ। ਇਹ ਮੈਂ ਕੀ ਕਰ ਰਿਹਾ? ਓਪਰੇ ਦੇਸ਼, ਓਪਰੀ ਥਾਂ, ਓਪਰੇ ਬੰਦਿਆਂ ਦੀ ਮੌਜੂਦਗੀ ਦੇ ਵਿੱਚ। ਪਰ ਮੈਨੂੰ ਆਪਣੇ ਆਪ ਉੱਪਰ ਕੋਈ ਕਾਬੂ ਨਹੀਂ ਸੀ।